ਹੈਲੋ एवरीवन ਵੈਲਕਮ ਟੂ ਸ੍ਰੀ ਸ਼ੌਕਤ ਹਿਸਟਰੀ ਬਿਕਮਸ ਈਜ਼ੀਅਰ। ਤਾਂ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਇੱਕ ਨਵੀਂ ਇਨਫੋਰਮੇਸ਼ਨ, ਬਹੁਤ ਹੀ ਵੱਡੀ ਔਰ ਖੁਸ਼ਖਬਰੀ ਹੈ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਆਪਾਂ ਪਹੁੰਚ ਚੁੱਕੇ ਹਾਂ ਜੀ ਐਜੂਕੇਸ਼ਨ ਰਿਕਰੂਟਮੈਂਟ board.com ਦੀ ਆਫੀਸ਼ੀਅਲ ਵੈਬਸਾਈਟ 'ਤੇ ਜਿੱਥੇ ਆਪਾਂ ਓਪਨ ਕੀਤਾ ਜੀ ਲੇਟੈਸਟ ਰਿਕਰੂਟਮੈਂਟ। ਇਹਦੇ ਵਿੱਚ ਅੱਗੇ ਆਪਾਂ ਓਪਨ ਕਰਨ ਵਾਲੇ ਹਾਂ ਜੀ ਰਿਕਰੂਟਮੈਂਟ ਆਫ ਮਾਸਟਰ ਕੈਡਰ ਬੈਕਲੌਗ 1493 ਪੋਸਟ। ਆਪਾਂ ਨੂੰ ਪਤਾ ਜੀ ਇਹਨਾਂ ਦਾ ਐਗਜ਼ਾਮ ਜਿਹੜਾ ਹੈ ਮੈਥ, ਸਾਇੰਸ ਔਰ ਇੰਗਲਿਸ਼ ਤੇ ਸਾਰਿਆਂ ਦਾ ਹੀ ਜਿਹੜੀ ਨਵੀਆਂ ਪੋਸਟ ਤੇ ਬੈਕਲੌਗ ਪੋਸਟ ਆ ਸਾਰਿਆਂ ਦਾ ਐਗਜ਼ਾਮ 20 ਜੂਨ ਤੇ 21 ਜੂਨ ਨੂੰ ਹੋਇਆ। ਉਸ ਦੇ ਰਿਗਾਰਡਿੰਗ ਹੀ ਇੱਕ ਨਵਾਂ ਨੋਟਿਸ ਜਿਹੜਾ ਆਫੀਸ਼ੀਅਲ ਵੈਬਸਾਈਟ ਤੇ ਇਹਨਾਂ ਨੇ ਅਪਲੋਡ ਕੀਤਾ। ਇਹ ਹੈਗਾ ਜੀ ਨੋਟਿਸ ਆਪਣੇ ਆਪ ਸਾਹਮਣੇ ਓਪਨ ਹੋ ਚੁੱਕਿਆ ਜੀ। ਡਿਟੇਲ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਵਾਲੇ ਹਾਂ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹ ਹੈਗਾ ਜੀ ਨੋਟਿਸ ਤੇ ਪੜ੍ਹਦੇ ਇਸ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਹੈ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਓ, ਕਿਉਂਕਿ ਕਈ ਵਾਰ ਤੁਹਾਡੇ ਪਾਸ ਨੋਟੀਫਿਕੇਸ਼ਨ ਜਿਹੜੀ YouTube ਦੀ ਨਹੀਂ ਪਹੁੰਚ ਪਾਉਂਦੀ, ਜਿਸ ਨਾਲ ਤੁਹਾਡੇ ਪਾਸ ਇਨਫੋਰਮੇਸ਼ਨ ਜਿਹੜੀ ਹੈ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਨਹੀਂ ਪਹੁੰਚ ਪਾਉਂਦੀ। ਸੋ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਜਿਸ ਨਾਲ ਤੁਹਾਡੇ ਤੱਕ ਹਰ ਇੱਕ ਇਨਫੋਰਮੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚੇਗੀ। ਸੋ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਤਾਂ ਸ਼ੁਰੂ ਕਰਦੇ ਜੀ ਵੀਡੀਓ ਨੂੰ। ਪੰਜਾਬ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕੈਡਰ ਬੋਰਡਰ ਏਰੀਆ ਦੀਆਂ ਅੰਗਰੇਜ਼ੀ, ਸਾਇੰਸ ਅਤੇ ਮੈਥ ਵਿਸ਼ੇ ਦੀਆਂ ਬੈਕਲੌਗ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਵੱਲੋਂ ਵਿਭਾਗ ਦੀਆਂ ਵੈਬਸਾਈਟ 'ਤੇ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ। ਜਿਹੜੇ ਉਮੀਦਵਾਰਾਂ ਨੇ ਇਹਨਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ, ਉਹਨਾਂ ਦਾ 20 ਜੂਨ ਤੇ 21 ਜੂਨ ਨੂੰ ਲਿਖਤੀ ਟੈਸਟ ਲਿਆ ਗਿਆ ਸੀ। ਜੋ ਉਮੀਦਵਾਰ ਉਕਤ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਹਨ ਨੂੰ ਤੁਸੀਂ ਦੇਖੋ ਇੱਥੇ ਪੂਰਾ ਐਡਰੈਸ ਦਿੱਤਾ ਹੋਇਆ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ ਫੇਜ਼ 3 B1 SS ਨਗਰ ਵਿਖੇ ਹੇਠਾਂ ਦਿੱਤੇ ਸ਼ਡਿਊਲ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਜਾਂਦਾ ਹੈ। ਤਾਂ ਆਪਾਂ ਨੂੰ ਪਤਾ ਜੀ ਟੋਟਲ ਜਿੰਨੀਆਂ ਪੋਸਟ ਆਊਟ ਹੋਈਆਂ ਸੀ, ਉਹਦੇ ਵਿੱਚੋਂ ਬੈਕਲੌਗ ਦੀਆਂ ਪੋਸਟਾਂ ਨੂੰ ਭਰਨ ਵਾਸਤੇ ਇੱਥੇ ਸਕਰੂਟਨੀ ਲਈ ਕੈਂਡੀਡੇਟਸ ਨੂੰ ਬੁਲਾ ਲਿਆ ਗਿਆ। ਐਗਜ਼ਾਮ 20 ਜੂਨ ਤੇ 21 ਜੂਨ ਨੂੰ ਹੋਇਆ ਸੀ। ਆਪਾਂ ਨੂੰ ਪਤਾ ਹੈ ਜੀ ਇਸ ਤੋਂ ਬਾਅਦ ਉਹਨਾਂ ਨੇ ਸਿੱਧਾ ਹੀ ਸਕਰੂਟਨੀ ਲਈ ਹੀ ਕੈਂਡੀਡੇਟਸ ਨੂੰ ਬੁਲਾ ਲਿਆ। 9 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਰਹੇਗਾ ਤੁਹਾਡੀ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਤੁਹਾਨੂੰ ਬੁਲਾਇਆ ਗਿਆ। ਸੋ ਬਿਨੇਕਾਰ ਨਿਰਧਾਰਿਤ ਸ਼ਡਿਊਲ ਅਨੁਸਾਰ ਦਸਤਾਵੇਜ਼ਾਂ ਦੀ ਸਕਰੂਟਨੀ ਤੇ ਆਉਣ ਤੋਂ ਪਹਿਲਾਂ ਹੇਠ ਦਰਸਾਏ ਅਨੁਸਾਰ ਸਕਰੂਟਨੀ ਫਾਰਮ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਉਹਨਾਂ ਨੂੰ ਸਾਫ਼ ਸੁਥਰਾ ਕਰਨ ਉਪਰੰਤ ਸਰਟੀਫਿਕੇਟਾਂ ਨੂੰ ਇੱਕ ਰਨਿੰਗ PDF ਤਿਆਰ ਕਰਕੇ ਅੰਗਰੇਜ਼ੀ ਵਿਸ਼ਾ Gmail ਦਿੱਤੀ ਹੋਈ ਹੈ ਜੀ। ਉਸ ਤੋਂ ਬਾਅਦ ਮੈਥ ਵਿਸ਼ੇ ਦੀ ਈਮੇਲ ID ਹੈ ਅਤੇ ਸਾਇੰਸ ਵਿਸ਼ੇ ਲਈ ਈਮੇਲ ID ਤੇ ਈਮੇਲ ਦੇ ਸਬਜੈਕਟ ਕਾਲਮ ਵਿੱਚ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਨਾਮ ਭਰ ਕੇ ਈਮੇਲ ਕਰੇਗਾ। ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਤੁਹਾਨੂੰ ਕੀ ਕਰਨਾ ਹੈ ਜੀ ਕਿ ਜਿੰਨੇ ਵੀ ਕੈਂਡੀਡੇਟਸ ਹੈਗੇ ਆ ਇਹਦੇ ਵਿੱਚ ਜਿਹੜਾ ਸਕਰੂਟਨੀ ਫਾਰਮ ਇਹਨਾਂ ਨੇ ਨਾਲ ਅਟੈਚ ਕੀਤਾ ਆਪਾਂ ਤੁਹਾਨੂੰ ਸ਼ੋ ਕਰਦੇ ਹਾਂ। ਉਹ ਸਕਰੂਟਨੀ ਫਾਰਮ ਤੁਸੀਂ ਕੀ ਕਰਨਾ ਪੂਰਾ ਭਰ ਕੇ, ਯਾਨੀ ਕਿ ਡਾਊਨਲੋਡ ਕਰਨ ਤੋਂ ਬਾਅਦ ਉਸਨੂੰ ਸਾਫ਼ ਸੁਥਰਾ ਭਰ ਕੇ ਤੇ ਨਾਲ ਹੀ ਆਪਣੇ ਜਿਹੜੇ ਸਾਰੇ ਸਰਟੀਫਿਕੇਟ ਹੈਗੇ ਆ, ਸਰਟੀਫਿਕੇਟ ਦੀ ਇੱਕ ਰਨਿੰਗ PDF ਯਾਨੀ ਕਿ ਇੱਕ ਸਿੰਗਲ PDF ਤਿਆਰ ਕਰਨੀ ਹੈ। ਤੁਹਾਨੂੰ PDF ਤਿਆਰ ਕਰਕੇ ਕਿਸ ਮੇਲ ਤੇ ਤੁਹਾਨੂੰ ਸੈਂਡ ਕਰਨੀ ਹੈ ਉਹਨੂੰ। ਤਾਂ ਇੱਕ ਆ ਦੇਖੋ ਇੰਗਲਿਸ਼ ਦੇ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੇ ਇੰਗਲਿਸ਼ ਵਾਲੀ ਜਿਹੜੀ ਹੈ ਇੰਗਲਿਸ਼ ਮਾਸਟਰ ਕੈਡਰ 2021@gmail.com। ਇਸੇ ਤਰ੍ਹਾਂ ਮੈਥ ਵਾਲੇ ਕੈਂਡੀਡੇਟਸ ਲਈ ਈਮੇਲ ਦਿੱਤੀ ਹੋਈ ਹੈ ਤੇ ਸਾਇੰਸ ਵਾਲੇ ਕੈਂਡੀਡੇਟਸ ਲਈ ਈਮੇਲ ਦਿੱਤੀ ਹੋਈ ਹੈ। ਇਸ ਤੇ ਜਾ ਕੇ ਤੁਹਾਨੂੰ ਉਹਨਾਂ ਨੂੰ ਸੈਂਡ ਕਰ ਦੇਣੀ ਹੈ। ਤੇ ਨਾਲ ਸਬਜੈਕਟ ਵਾਲੇ ਕੋਲਮ 'ਚ ਜਦੋਂ ਆਪਾਂ ਮੇਲ ਕਰਦੇ ਹਾਂ ਤਾਂ ਉੱਥੇ ਇੱਕ ਸਬਜੈਕਟ ਕੋਲਮ ਹੁੰਦਾ ਹੈ। ਸਬਜੈਕਟ ਵਾਲੇ ਕੋਲਮ ਦੇ ਵਿੱਚ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਆਪਣਾ ਨਾਮ ਭਰ ਕੇ ਤੇ ਆਪਣੀ ਜਿਹੜੀ PDF ਹੈ ਉਹ ਨਾਲ ਅਟੈਚ ਕਰਕੇ ਤੁਸੀਂ ਈਮੇਲ ਕਰ ਦੇਣੀ ਹੈ। ਸਰਟੀਫਿਕੇਟ ਕਿਹੜੇ ਤੁਸੀਂ ਅਟੈਚ ਕਰਨੇ ਆ? ਇੱਕ ਤਾਂ ਤੁਸੀਂ ਆਪਣਾ ਜਨਮ ਮਿਤੀ ਸੰਬੰਧੀ 10ਵੀਂ ਦਾ ਸਰਟੀਫਿਕੇਟ ਅਟੈਚ ਕਰੋਗੇ, ਪੰਜਾਬੀ ਪਾਸ ਕਰਨ ਦਾ ਸਬੂਤ ਯਾਨੀ ਕਿ 10ਵੀਂ ਦਾ ਹੀ ਤੁਹਾਡਾ ਸਰਟੀਫਿਕੇਟ ਲੱਗ ਜਾਏਗਾ। ਉਸ ਤੋਂ ਬਾਅਦ BA ਦਾ ਭਾਗ ਪਹਿਲਾ, ਦੂਜਾ, ਤੀਜਾ ਦੇ DMC ਤੇ ਨਾਲ ਡਿਗਰੀ, ਇਹ ਸਾਰੇ ਜਿਹੜੇ ਤੁਸੀਂ PDF ਦੇ ਵਿੱਚ ਸਕੈਨ ਕਰਕੇ PDF ਬਣਾਉਣੀ ਹੈ। B.Ed ਦੀ DMC ਅਤੇ ਡਿਗਰੀ, ਕੈਟੇਗਰੀ ਨਾਲ ਸੰਬੰਧਿਤ ਸਰਟੀਫਿਕੇਟ ਤੇ ਪੰਜਾਬ ਰਾਜ ਦਾ ਵਸਨੀਕ ਹੋਣ ਦਾ ਸਬੂਤ ਕੇਵਲ ਉਹਨਾਂ ਉਮੀਦਵਾਰਾਂ ਲਈ ਜੋ ਰਿਜ਼ਰਵ ਕੈਟੇਗਰੀ ਵਿੱਚ ਅਪਲਾਈ ਕੀਤਾ ਹੈ। ਤਾਂ ਜਿਹੜੇ ਰਿਜ਼ਰਵ ਕੈਟੇਗਰੀ ਵਿੱਚ ਅਪਲਾਈ ਕੀਤਾ ਉਹ ਨਾਲ ਡੋਮਿਸਾਈਲ ਦਾ ਵੀ ਜਿਹੜਾ ਸਬੂਤ ਨਾਲ ਲਗਾਉਣਗੇ। ਕਿ ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਉਹ ਵੀ ਤੁਸੀਂ ਨਾਲ ਅਟੈਚ ਕਰਨੇ ਆ ਜੀ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਭਰਨ ਉਪਰੰਤ ਜਿਹੜੇ ਉਮੀਦਵਾਰਾਂ ਨੇ ਪਛੜੀ ਸ਼੍ਰੇਣੀ ਕੈਟੇਗਰੀ ਵਿੱਚ ਅਪਲਾਈ ਕੀਤਾ ਹੈ ਉਹ ਆਪਣਾ ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਭਰਨਗੇ। ਤੇ ਨਾਲ ਹੀ ਜੇਕਰ ਉਮੀਦਵਾਰਾਂ ਵੱਲੋਂ ਵੱਖ-ਵੱਖ ਬੈਕਲੌਗ ਦੀਆਂ ਪੋਸਟਾਂ ਵਿੱਚ ਅਪਲਾਈ ਕੀਤਾ ਹੈ ਤਾਂ ਉਹ ਹਰ ਭਰਤੀ ਨਾਲ ਸੰਬੰਧਿਤ ਵੱਖੋ ਵੱਖਰੀ ਫਾਈਲ ਤਿਆਰ ਕਰਕੇ ਲਿਆਉਣਗੇ। ਤਾਂ ਆਪਣੇ ਜੇ ਮੰਨ ਲਓ ਤੁਹਾਨੂੰ 399 ਅੰਗਰੇਜ਼ੀ ਦੀਆਂ ਜਿਹੜੀ ਬੈਕਲੌਗ ਦੀਆਂ 135 ਹੈਂਡੀਕੈਪ ਦੀ ਭਰਤੀ ਵਿੱਚ ਜਾਂ 90 ਹੈਂਡੀਕੈਪ ਦੀ ਭਰਤੀ ਵਿੱਚ ਤੁਸੀਂ ਤਿਆਰ ਕੀਤਾ ਤਾਂ ਸਾਰਿਆਂ ਲਈ ਤੁਸੀਂ ਅਲੱਗ-ਅਲੱਗ ਫਾਈਲ ਜਿਹੜੀ ਆਪਣੇ ਸਰਟੀਫਿਕੇਟਸ ਦੀ ਫਾਈਲ ਅਲੱਗ-ਅਲੱਗ ਤਿਆਰ ਕਰਕੇ ਲੈ ਕੇ ਜਾਣੀ ਹੈ। ਸੋ ਅੱਗੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਜੀ ਉਮੀਦਵਾਰ ਦਸਤਾਵੇਜ਼ਾਂ ਦੀ ਸਕਰੂਟਨੀ ਤੇ ਆਉਣ ਤੋਂ ਸਮੇਂ ਆਪਣੇ ਨਾਲ ਅਸਲ ਸਰਟੀਫਿਕੇਟ ਦੀਆਂ ਖੁਦ ਤਸਦੀਕ ਕੀਤੀਆਂ ਫੋਟੋ ਕਾਪੀਆਂ ਤਾਂ ਤੁਸੀਂ ਓਰੀਜਨਲ ਸਰਟੀਫਿਕੇਟ ਲੈ ਕੇ ਜਾਣੇ ਆ। ਸੈਲਫ ਅਟੈਸਟਡ ਉਹਨਾਂ ਦੀ ਫੋਟੋ ਕਾਪੀਆਂ ਦਾ ਇੱਕ ਸੈੱਟ ਲੈ ਕੇ ਜਾਣਾ ਹੈ। ਅਗਰ ਤੁਸੀਂ ਅਲੱਗ-ਅਲੱਗ ਪੋਸਟਾਂ ਲਈ ਅਪਲਾਈ ਕੀਤਾ ਤਾਂ ਤੁਸੀਂ ਉਨੇ ਹੀ ਸੈੱਟ ਲੈ ਕੇ ਜਾਓਗੇ। ਪਾਸਪੋਰਟ ਸਾਈਜ਼ ਦੀਆਂ 4 ਫੋਟੋਆਂ, ਜਮ੍ਹਾਂ ਕਰਵਾਈ ਗਈ ਫੀਸ ਦਾ ਸਬੂਤ, ਆਨਲਾਈਨ ਅਪਲਾਈ ਕਰਨ ਦਾ ਫਾਰਮ, ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਸਕਰੂਟਨੀ ਫਾਰਮ, ਫਾਈਲ ਕਵਰ ਵਿੱਚ ਅਟੈਚ ਕਰਕੇ ਸਾਰੇ ਅਸਲ ਸਰਟੀਫਿਕੇਟ ਅਤੇ ਤਸਦੀਕੀ ਫੋਟੋ ਕਾਪੀਆਂ ਉਕਤ ਦਰਸਾਈ ਤਰਤੀਬ ਅਨੁਸਾਰ ਵੱਖਰੀਆਂ ਫਾਈਲਾਂ ਵਿੱਚ ਲਗਾ ਕੇ ਦਸਤਾਵੇਜ਼ਾਂ ਨੂੰ ਸਕਰੂਟਨੀ ਲਈ ਨਿੱਜੀ ਤੌਰ ਤੇ ਹਾਜ਼ਰ ਹੋਣਗੇ। ਤਾਂ ਤੁਸੀਂ ਫਾਈਲਾਂ ਤਿਆਰ ਕਰਨੀਆਂ ਜੀ। ਇੱਕ ਫਾਈਲ ਤੁਹਾਡੀ ਹੋਏਗੀ ਓਰੀਜਨਲ ਸਰਟੀਫਿਕੇਟ ਦੀ, ਇੱਕ ਫਾਈਲ ਹੋਏਗੀ ਤੁਹਾਡੀ ਸੈਲਫ ਅਟੈਸਟਡ ਫੋਟੋਕਾਪੀ ਦੀ,
ਤੇ ਨਾਲ ਤੁਸੀਂ 4 ਜਿਹੜੀ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਜਾਣੀਆਂ ਨੇ। ਜਮ੍ਹਾਂ ਕਰਵਾਈ ਗਈ ਫੀਸ ਦਾ ਸਬੂਤ ਲੈ ਕੇ ਜਾਣਾ ਹੈ। ਆਨਲਾਈਨ ਭਰਨ ਦਾ ਜਿਹੜਾ ਸਬੂਤ ਆ ਉਹ ਲੈ ਕੇ ਜਾਣਾ ਹੈ। ਸਕਰੂਟਨੀ ਫਾਰਮ ਤੁਸੀਂ ਪੂਰਾ ਭਰ ਕੇ ਲੈ ਕੇ ਜਾਣਾ ਹੈ। ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਤੁਸੀਂ ਭਰ ਕੇ ਲੈ ਕੇ ਜਾਣਾ ਹੈ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਅਲੱਗ-ਅਲੱਗ ਪੋਸਟਾਂ ਦੇ ਵਿੱਚ ਅਪਲਾਈ ਕੀਤਾ ਸੀਗਾ, 399 'ਚ ਅਲੱਗ ਕੀਤਾ, 135 'ਚ ਅਲੱਗ ਕੀਤਾ, 90 'ਚ ਅਲੱਗ ਕੀਤਾ, ਤਾਂ ਤੁਸੀਂ ਅਲੱਗ-ਅਲੱਗ ਫਾਈਲਾਂ ਦੇ ਸੈੱਟ ਜਿਹੜੇ ਹੈ ਫੋਟੋਕਾਪੀਆਂ ਦੇ ਉਨੇ ਹੀ ਸੈੱਟ ਤਿਆਰ ਕਰਕੇ ਲੈ ਕੇ ਜਾਓਗੇ। ਤਾਂ ਆਈ ਹੋਪ ਤੁਹਾਨੂੰ ਕਿਵੇਂ ਸਰਟੀਫਿਕੇਟ ਲੈ ਕੇ ਜਾਣੇ ਉਹ ਚੀਜ਼ ਤੁਹਾਨੂੰ ਇੱਥੇ ਕਲੀਅਰ ਹੋ ਗਈ ਹੋਏਗੀ। ਤੇ ਫਿਰ ਵੀ ਤੁਹਾਡਾ ਕੋਈ ਕਮੈਂਟ ਹੈ, ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਜੀ ਇੱਥੇ ਸਕਰੂਟਨੀ ਸ਼ਡਿਊਲ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ, 25 ਜੂਨ ਨੂੰ ਜਿਹੜਾ ਤੁਹਾਨੂੰ ਬੁਲਾਇਆ ਗਿਆ, 25 ਜੂਨ ਨੂੰ ਅੰਗਰੇਜ਼ੀ ਦੇ ਕੈਂਡੀਡੇਟਸ ਨੂੰ ਬੁਲਾਇਆ ਗਿਆ। ਭਰਤੀ ਨਾਲ ਸੰਬੰਧੀ ਲਿਖਤੀ ਪੇਪਰ ਵਿੱਚ ਹਾਜ਼ਰ ਰਹਿਣ ਵਾਲੇ ਹੇਠ ਲਿਖੇ ਕੈਟੇਗਰੀ ਦੇ ਸਾਰੇ ਉਮੀਦਵਾਰ। ਤਾਂ ਕਿਹੜੀ ਕੈਟੇਗਰੀ ਹੈ ਜੀ, ਜਿਵੇਂ BC ESM, ਜਨਰਲ ESM, ਫਰੀडम फाइटर, जनरल स्पोर्ट्स, हैंडीकैप विजुअल, हैंडीकैप ऑर्थो, SC MNB स्पोर्ट्स, SC MNB ESM, SC R&O स्पोर्ट्स, SC R&O ESM, 135 हैंडीकैप बैकलॉग ਨਾਲ ਸੰਬੰਧਿਤ ਸਮੂਹ ਉਮੀਦਵਾਰ ਜੋ ਲਿਖਤੀ ਟੈਸਟ ਵਿੱਚ ਹਾਜ਼ਰ ਹੋਏ ਹਨ। ਤਾਂ ਉਸ ਤੋਂ ਬਾਅਦ ਹੈਗਾ ਜੀ 28 ਜੂਨ ਨੂੰ ਮੈਥ ਦੇ ਕੈਂਡੀਡੇਟਸ ਨੂੰ ਬੁਲਾਇਆ ਗਿਆ। ਕੈਟੇਗਰੀਜ਼ ਉਰੇ ਮੈਂਸ਼ਨ ਹੈਗੇ ਨੇ, ਤੁਸੀਂ ਆਪਣੀ ਕੈਟੇਗਰੀ ਚੈੱਕ ਕਰ ਲੈਣੀ ਹੈ। ਇਹਨਾਂ ਕੈਟੇਗਰੀ ਦੇ ਸਾਰੇ ਹੀ ਕੈਂਡੀਡੇਟਸ ਨੂੰ ਬੁਲਾਇਆ ਗਿਆ। ਉਸ ਤੋਂ ਬਾਅਦ 29 ਜੂਨ ਨੂੰ ਬੁਲਾਇਆ ਗਿਆ ਜੀ ਸਾਇੰਸ ਦੇ ਕੈਂਡੀਡੇਟਸ। ਇਸ ਦੀ ਵੀ ਕੈਟੇਗਰੀ ਜਿਹੜੀ ਉਰੇ ਮੈਂਸ਼ਨ ਕੀਤੀ ਗਈ ਹੈ। ਇਹਦੇ ਵਿੱਚ ਦੱਸ ਦਿੱਤਾ ਹੈਗਾ ਕਿ ਬੈਕਲੌਗ ਦੇ ਵਿੱਚ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ BC ਤੇ SC R&O ਦੀ ਕੈਟੇਗਰੀ ਦੇ, ਮੈਥ ਸਾਇੰਸ ਦੇ SC R&O ਤੇ 899 ਇੰਗਲਿਸ਼ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਜੀ ਉਹਨਾਂ ਸਾਰਿਆਂ ਨੂੰ ਸਕਰੂਟਨੀ ਲਈ ਬਾਅਦ ਦੇ ਵਿੱਚ ਬੁਲਾਇਆ ਜਾਏਗਾ। ਹੁਣ ਜਿਹੜਾ ਬੈਕਲੌਗ ਦੇ ਵਿੱਚੋਂ ਕੁਝ ਕੈਂਡੀਡੇਟਸ ਨੂੰ, ਕੁਝ ਕੈਟੇਗਰੀ ਦੇ ਕੈਂਡੀਡੇਟਸ ਨੂੰ ਬੁਲਾਇਆ ਗਿਆ। ਉਪਰੋਕਤ ਦਿੱਤੇ ਸ਼ਡਿਊਲ ਅਨੁਸਾਰ ਉਮੀਦਵਾਰ ਦਸਤਾਵੇਜ਼ਾਂ ਦੀ ਸਕਰੂਟਨੀ ਕਰਵਾਉਣ ਲਈ ਨਿੱਜੀ ਪੱਧਰ ਤੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ, ਯਾਨੀ ਕਿ ਤੁਸੀਂ ਆਪ ਉੱਥੇ ਪਹੁੰਚਣਾ ਹੈ। ਕਿਸੇ ਵੀ ਉਮੀਦਵਾਰ ਵੱਲੋਂ ਦਸਤਾਵੇਜ਼ਾਂ ਦੀ ਸਕਰੂਟਨੀ ਵਿੱਚ ਹਾਜ਼ਰ ਹੋਣ ਦਾ ਭਾਵ ਇਹ ਨਹੀਂ ਕਿ ਉਸ ਦਾ ਨਿਯੁਕਤੀ ਪੱਤਰ ਲਈ ਹੱਕ ਪੈਦਾ ਹੋ ਗਿਆ ਹੈ। ਤੀਸਰਾ ਹੈ ਜਿਸ ਦਸਤਾਵੇਜ਼ਾਂ ਦੀ ਸਕਰੂਟਨੀ ਸਮੇਂ ਸਾਰੇ ਅਸਲ ਦਸਤਾਵੇਜ਼ ਸਰਟੀਫਿਕੇਟ ਚੈੱਕ ਕੀਤੇ ਜਾਣਗੇ। ਇਸ ਤੋਂ ਬਾਅਦ ਕੋਈ ਵੀ ਸਰਟੀਫਿਕੇਟ ਜਾਂ ਦਸਤਾਵੇਜ਼ ਕਿਸੇ ਵੀ ਸੂਰਤ ਵਿੱਚ ਨਹੀਂ ਲਿਆ ਜਾਵੇਗਾ। ਤਾਂ ਯਾਨੀ ਕਿ ਤੁਸੀਂ ਇੱਥੇ ਹਰ ਹਾਲ ਪਹੁੰਚਣਾ ਜੀ, ਲਾਸਟ ਮੌਕਾ ਹੈ। फोर्थ है जी असल दस्तावेज या दस्तावेज़ों की ਸਕਰੂਟਨੀ ਲਈ ਗਠਿਤ सब ਕਮੇਟੀਆਂ ਕੋਲੋਂ ਚੈੱਕ ਕਰਵਾਉਣੇ ਅਤੀ ਜ਼ਰੂਰੀ ਹਨ। ਦਸਤਾਵੇਜ਼ ਚੈੱਕ ਨਾ ਕਰਵਾਉਣ ਦੀ ਸੂਰਤ ਵਿੱਚ ਜਾਂ ਉਹਨਾਂ ਉਮੀਦਵਾਰਾਂ ਦੇ ਕੋਈ ਦਸਤਾਵੇਜ਼ ਅਧੂਰੇ ਪਾਏ ਜਾਂਦੇ ਹਨ ਤਾਂ ਉਹਨਾਂ ਦੀ ਪਾਤਰਤਾ ਉਸ ਸਮੇਂ ਰੱਦ ਕਰ ਦਿੱਤੀ ਜਾਵੇਗੀ। ਤਾਂ ਤੁਸੀਂ ਐਡਰੈਸ ਦਿੱਤਾ ਹੋਇਆ, ਡੇਟ ਥੋੜੀ ਦਿੱਤੀ ਹੋਈ ਹੈ, ਉਸ ਦਿਨ ਤੁਹਾਨੇ ਪਹੁੰਚ ਕੇ ਸਹੀ ਸਮੇਂ ਤੇ ਪਹੁੰਚ ਗਏ। ਉੱਥੇ ਕਮੇਟੀਆਂ ਬਣੀਆਂ ਹੋਣਗੀਆਂ ਜੀ, ਸਾਰੇ ਤੁਸੀਂ ਆਪਣੇ ਦਸਤਾਵੇਜ਼ ਉੱਥੇ ਜਾ ਕੇ ਚੈੱਕ ਕਰਵਾਉਣੇ ਨੇ। ਫਿਫਥ ਪੁਆਇੰਟ ਹੈ ਜੀ ਸਪਸ਼ਟ ਕੀਤਾ ਜਾਂਦਾ ਹੈ ਜੇਕਰ ਕਿਸੇ ਉਮੀਦਵਾਰ ਦਾ ਕੋਈ ਵੀ ਦਸਤਾਵੇਜ਼ ਜਾਂ ਸਰਟੀਫਿਕੇਟ ਗਲਤ ਜਾਂ ਜਾਲੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ FIR ਮੌਕੇ ਤੇ ਹੀ ਦਰਜ ਕਰਵਾਈ ਜਾਵੇਗੀ। ਸਿਕਸਥ ਹੈ ਜੀ ਸਕਰੂਟਨੀ ਦੌਰਾਨ ਹਾਜ਼ਰ ਰਹਿਣ ਸਮੇਂ ਉਮੀਦਵਾਰ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ COVID-19 ਗਾਈਡਲਾਈਨਸ ਜਿਵੇਂ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ, ਇਹਨਾਂ ਸਭ ਨੂੰ ਫੋਲੋ ਕਰੇਗਾ। ਅਦ ਰਿਹਾ ਜੀ ਇਹ ਰਿਹਾ ਪੂਰਾ ਉਹ ਫਾਰਮ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸ਼ੋ ਕਰ ਦਿੰਦੇ ਹਾਂ ਜੀ, ਇਹ ਹੈਗਾ ਸਕਰੂਟਨੀ ਫਾਰਮ ਜਿਸ ਨੂੰ ਆਪਾਂ ਪੜਤਾਲ ਫਾਰਮ ਵੀ ਕਹਿੰਦੇ ਹਾਂ। ਪੰਨੇ ਜਿਹੜੇ ਇਹਦੇ ਨਾਲ ਨੱਥੀ ਕੀਤੇ ਹਨ ਤੁਸੀਂ ਉਹਦੀ ਗਿਣਤੀ ਜਿਹੜੀ ਉਰੇ ਮੈਂਸ਼ਨ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਉਰੇ ਆਪਣੀ ਜਿਹੜੀ ਫੋਟੋ ਅਟੈਚ ਕਰੋਗੇ। ਭਰਤੀ ਦਾ ਨਾਮ ਤੁਸੀਂ ਹੈਂਡੀਕੈਪ ਔਰਥੋ 19 ਦੇ 90 ਯਾਨੀ ਕਿ 90 ਦੇ ਵਿੱਚ ਭਰਤੀ ਕੀਤਾ, 135 'ਚ 518 'ਚ, ਤਾਂ ਸਾਰੀਆਂ ਜਿਹੜੇ ਤੁਸੀਂ ਇੱਥੇ ਟਿਕ ਕਰਦੇ ਜਾਓਗੇ ਜਿਵੇਂ ਜਿਸ ਲਈ ਤੁਸੀਂ ਅਪਲਾਈ ਕੀਤੇ ਇਹਦੇ ਵਿੱਚ ਉਸ ਤਰ੍ਹਾਂ ਟਿਕ ਕਰ ਦੇਣਾ। ਉਸ ਤੋਂ ਬਾਅਦ ਤੁਸੀਂ ਕਿਹੜੀ ਅਸਾਮੀ ਲਈ ਯਾਨੀ ਕਿ ਮਾਸਟਰ ਕੈਡਰ ਦੀ ਅਸਾਮੀ ਲਈ ਤੁਸੀਂ ਅਪਲਾਈ ਕੀਤਾ ਤਾਂ ਤੁਸੀਂ ਇੱਥੇ ਫਿਲ ਕਰੋਗੇ। ਅਪਲਾਈ ਕਰਨ ਦਾ ਸਾਲ, ਵਿਸ਼ਾ ਤੁਸੀਂ ਆਪਣਾ ਉਰੇ ਮੈਂਸ਼ਨ ਕਰ ਦੋਗੇ ਅਤੇ ਰਜਿਸਟ੍ਰੇਸ਼ਨ ਨੰਬਰ, ਰੋਲ ਨੰਬਰ, ਵਿਭਾਗੀ ਟੈਸਟ ਵਿੱਚ ਪ੍ਰਾਪਤ ਕੁੱਲ ਅੰਕ, ਇੱਦਾਂ ਕਰਕੇ ਤੁਸੀਂ ਆਪਣੀ ਡਿਟੇਲ ਇਨਫੋਰਮੇਸ਼ਨ ਇਸ ਦੇ ਵਿੱਚ ਫਿਲ ਕਰ ਦੇਣੀ ਹੈ। ਤੇ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਸ ਦੇ ਵਿੱਚ ਅੱਗੇ ਸ਼ੋ ਕੀਤਾ ਹੈ ਜੀ ਅਪਲਾਈ ਕੀਤੀ ਅਸਾਮੀ ਦਾ ਰਜਿਸਟ੍ਰੇਸ਼ਨ ਫਾਰਮ। ਇਹ ਜਿਹੜੀ ਪੂਰੀ ਲਿਸਟ ਦਿੱਤੀ ਹੋਈ ਹੈ ਜੀ 19 ਜਿਹੜੇ ਹੈਗੇ ਨੇ ਵਿੱਚ ਸਰਟੀਫਿਕੇਟ ਦਿੱਤੇ ਹੋਏ ਨੇ, ਤੁਸੀਂ ਇਹ 19 ਸਰਟੀਫਿਕੇਟ ਨਾਲ ਵੀ ਲੈ ਕੇ ਜਾਣੇ ਆਪਣੀ ਫਾਈਲ ਦੇ ਵਿੱਚ ਤਿਆਰ ਕਰਕੇ। ਤੇ ਨਾਲ ਹੀ ਅਗਰ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਤੇ ਹਾਂ ਜਾਂ ਨਾ ਜਿਹੜਾ ਇੱਥੇ ਟਿਕ ਕਰਦੇ ਜਾਓਗੇ, ਇੱਥੇ ਲਿਖਦੇ ਜਾਓਗੇ। ਅਪਲਾਈ ਕੀਤੀ ਅਸਾਮੀ ਦਾ ਰਜਿਸਟ੍ਰੇਸ਼ਨ ਫਾਰਮ, ਉਸ ਤੋਂ ਬਾਅਦ 10ਵੀਂ ਪਾਸ ਕਰਨ ਦਾ ਸਰਟੀਫਿਕੇਟ, 12ਵੀਂ ਜਮਾਤ ਦਾ DMC ਅਤੇ ਡਿਗਰੀ। ਇਹ ਪਹਿਲਾਂ ਅਲੱਗ ਹੁੰਦੇ ਸੀ ਜੀ, 10ਵੀਂ ਤੇ 12ਵੀਂ ਦੀ DMC ਤੇ ਡਿਗਰੀ ਅਲੱਗ-ਅਲੱਗ ਹੁੰਦੇ ਸੀ, ਲੇਕਿਨ ਹੁਣ ਜਿਹੜੇ ਆ ਉਹ ਇਕੱਠੇ ਇੱਕ ਹੀ DMC ਤੇ ਉਹੀ ਡਿਗਰੀ ਹੁੰਦਾ, ਸੋ ਤੁਹਾਡਾ ਇੱਕ ਹੀ ਲੱਗੇਗਾ। ਜਿਸਨੇ ਉਸ ਟਾਈਮ ਦੇ ਵਿੱਚ 12ਵੀਂ ਕੀਤੀ ਹੈ ਜੀ, ਜਦੋਂ ਦੋ ਅਲੱਗ-ਅਲੱਗ ਮਿਲਦੇ ਸੀ ਤਾਂ ਉਹ ਦੋਨੇ ਹੀ ਲੈ ਕੇ ਜਾਣਗੇ। ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ DMC ਅਤੇ ਡਿਗਰੀ ਸਾਰੇ, ਗ੍ਰੈਜੂਏਸ਼ਨ ਦੇ ਵਾਧੂ ਵਿਸ਼ੇ ਦਾ ਸਰਟੀਫਿਕੇਟ ਜੇਕਰ ਹੋਵੇ ਤਾਂ, BEd ਦੀ DMC ਤੇ ਡਿਗਰੀ ਸਰਟੀਫਿਕੇਟ, BEd ਦੇ ਵਾਧੂ ਵਿਸ਼ੇ ਦਾ ਸਰਟੀਫਿਕੇਟ ਅਗਰ ਹੈ ਤੁਹਾਡੇ ਕੋਲ, PSTET 2 ਦਾ ਪਾਸ ਕਰਨ ਦਾ ਸਰਟੀਫਿਕੇਟ, ਪੰਜਾਬੀ ਪਾਸ ਕਰਨ ਦਾ ਸਬੂਤ, ਇੱਥੇ ਤੁਹਾਡਾ 10th ਦਾ ਸਰਟੀਫਿਕੇਟ ਲੱਗ ਜਾਏਗਾ ਜੀ। 12ਵੀਂ 'ਚ ਕੀਤੀ ਹੈ ਤਾਂ 12ਵੀਂ ਦਾ ਸਰਟੀਫਿਕੇਟ ਇੱਥੇ ਲਗਾ ਸਕਦੇ ਹਾਂ। ਪੰਜਾਬ ਵਸਨੀਕ ਦਾ ਸਰਟੀਫਿਕੇਟ, ਡੋਮਿਸਾਈਲ ਇੱਥੇ ਲੱਗ ਜਾਏਗਾ ਜੀ। ਇਹ ਸਿਰਫ ਕੈਟੇਗਰੀਜ਼ ਲਈ ਹੈ। EWS ਫॉर ਜਨਰਲ ਸੰਬੰਧੀ ਸਰਟੀਫਿਕੇਟ ਤੁਹਾਡਾ ਲੱਗੇਗਾ। SC ਸੰਬੰਧੀ, BC ਸੰਬੰਧੀ, ਸੁਤੰਤਰਤਾ ਸੈਨਾਨੀ ਸੰਬੰਧੀ ਸਰਟੀਫਿਕੇਟ, ਸਪੋਰਟਸ ਗ੍ਰੈਜੂਏਸ਼ਨ, LDC ਜਾਂ ESM ਸੰਬੰਧੀ ਸਰਟੀਫਿਕੇਟ, ਅੰਗਹੀਨ ਸੰਬੰਧੀ ਸਰਟੀਫਿਕੇਟ ਜਾਂ ਕੋਈ ਹੋਰ ਸਰਟੀਫਿਕੇਟ ਦਸਤਾਵੇਜ਼ ਜਿਸ ਦਾ ਤੁਹਾਨੂੰ ਲਾਭ ਮਿਲ ਸਕਦਾ ਹੋਵੇ। ਤੇ ਪਰਫਾਰਮੈਂਸ ਵੇਤ ਸਾਰੇ ਅਕਾਦਮਿਕ ਯੋਗਤਾਵਾਂ ਦੇ ਸਰਟੀਫਿਕੇਟ ਸਕੈਨ ਕਰਕੇ ਆਪਣੀ ਵਿਭਾਗੀ ਪੋਰਟਲ ਤੇ ਰਜਿਸਟ੍ਰੇਸ਼ਨ ID ਅਕਾਊਂਟ ਤੋਂ ਅਪਲੋਡ ਕੀਤਾ ਹੈ। ਤਾਂ ਤੁਸੀਂ ਆਪਣੇ ਅਪਲੋਡ ਵੀ ਕਰਨੇ ਹਨ। ਤੇ ਅਪਲੋਡ ਕਿੱਥੇ ਕਰਨੇ ਹਨ, ਤੁਸੀਂ ਈਮੇਲ ਜਿਹੜੇ ਆ ਉਹ ਭੇਜਣੀ ਹੈ ਜੀ। ਉਸ ਤੋਂ ਬਾਅਦ ਇੱਥੇ ਉਮੀਦਵਾਰ ਦਾ ਅੰਗੂਠਾ ਜਿਹੜਾ ਕਿਹਾ ਗਿਆ, ਮੈਂ ਤੁਹਾਨੂੰ ਦੱਸ ਦਵਾਂ, ਮੈਂ ਤੁਹਾਨੂੰ ਇਹ ਸੁਜੈਸ਼ਨ ਦੇਵਾਂਗੀ ਜੀ ਤੁਸੀਂ ਇਹ ਆਪਣੇ ਤੋਂ ਘਰੋਂ ਤੋਂ ਨਹੀਂ ਲਗਵਾ ਕੇ ਜਾਇਓ,
ਇਹ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਤੋਂ ਪੁੱਛ ਕੇ ਜਿਹੜਾ ਇੱਥੇ ਉਮੀਦਵਾਰ ਦਾ ਅੰਗੂਠਾ ਜ਼ਰੂਰ ਪੁੱਛ ਕੇ ਧਿਆਨ ਨਾਲ ਇੱਥੇ ਅੰਗੂਠਾ ਜ਼ਰੂਰ ਲਗਵਾ ਦਿਓ, ਕਿਉਂਕਿ ਕਈ ਜਗ੍ਹਾਵਾਂ 'ਤੇ ਇੱਥੇ ਅੰਗੂਠਾ ਖੱਬਾ ਲੱਗਦਾ ਜੀ, ਕਈ ਜਗ੍ਹਾਵਾਂ 'ਤੇ ਕਈ ਆਫੀਸ਼ੀਅਲ ਕੰਮਾਂ ਦੇ ਵਿੱਚ ਅੰਗੂਠਾ ਸੱਜਾ ਲਗਵਾਇਆ ਜਾਂਦਾ ਹੈ। ਤਾਂ ਜ਼ਰੂਰ ਤੁਸੀਂ ਉੱਥੇ ਪੁੱਛ ਕੇ ਹੀ ਆਪਣਾ ਇੱਥੇ ਅੰਗੂਠਾ ਲਗਾ ਲਿਓ। ਹਸਤਾਖਰ ਇਹ ਤੁਸੀਂ ਇੱਥੇ ਆਪਣੇ ਸਿਗਨੇਚਰ ਕਰ ਦੇਣੇ ਤੇ ਇੱਥੇ ਜਿਹੜਾ ਸਕਰੂਟਨੀ ਅਧਿਕਾਰੀ ਆਪਣੇ ਹਸਤਾਖਰ ਕਰੇਗਾ। ਉਸ ਤੋਂ ਬਾਅਦ ਇਹ ਰਿਹਾ ਜੀ ਡਾਟਾ, ਇੱਥੇ ਤੱਕ ਤੁਸੀਂ ਅਸਾਮੀ ਦੇ ਨਾਂ ਤੱਕ ਇੱਥੇ ਤੱਕ ਤੁਸੀਂ ਡਾਟਾ ਆਪਣਾ ਖੁਦ ਫਿਲ ਕਰਨਾ ਹੈ। ਤੇ ਉਸ ਤੋਂ ਬਾਅਦ ਦਾ ਜਿੰਨਾ ਸਾਰਾ ਡਾਟਾ ਦਿੱਤਾ ਹੈ ਜੀ ਇਹ ਦਫ਼ਤਰੀ ਵਰਤੋਂ ਲਈ ਹੈ, ਇਹ ਫਾਰਮ ਤੁਸੀਂ ਅੱਗੇ ਨਹੀਂ ਭਰਨਾ ਹੈ, ਨਿਕਲਵਾ ਕੇ ਲੈ ਕੇ ਜਾਣਾ ਹੈ ਨਾਲ, ਲੇਕਿਨ ਇਸ ਨੂੰ ਫਿਲ ਨਹੀਂ ਕਰਨਾ, ਫਿਲ ਤੁਸੀਂ ਅਸਾਮੀ ਦੇ ਨਾਮ ਤੱਕ ਹੀ ਕਰਨਾ ਹੈ। तो ये सी जी डिटेल इन्फॉर्मेशन कि ਜਿਹੜੇ अंग्रेजी साइंस और मैथ विषय के पेपर होए जी 20 जून तो 21 जून उन्होंने ਸਕਰੂਟਨੀ 9 ਵਜੇ ਤੋਂ 3 ਵਜੇ तक बुलाया गया। ਇਸ ਤੋਂ ਪਹਿਲਾਂ ਉੱਥੇ ਪਹੁੰਚਣ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਸਰਟੀਫਿਕੇਟਸ ਦੀ ਤੇ ਆਪਣੇ ਸਕਰੂਟਨੀ ਫਾਰਮ ਨੂੰ ਫਿਲ ਕਰਕੇ ਇੱਕ PDF ਤਿਆਰ ਕਰਨੀ ਹੈ ਜੀ, ਤੇ ਉਹ PDF ਆਪਣੇ ਸਬਜੈਕਟ ਦੇ ਅਕੋਰਡਿੰਗ ਦਿੱਤੀ ਹੋਈ ਈਮੇਲ ਤੇ ਜਿਹੜੀ ਤੁਸੀਂ ਉੱਥੇ ਸੈਂਡ ਕਰਨੀ ਹੈ। ਇੰਗਲਿਸ਼ ਮੈਥ ਔਰ ਸਾਇੰਸ ਦੀ ਅਲੱਗ-ਅਲੱਗ ਈਮੇਲ ਪ੍ਰੋਵਾਈਡ ਕੀਤੀ ਗਈ ਹੈ। ਸਰਟੀਫਿਕੇਟ ਕਿਹੜੇ ਤੁਹਾਨੂੰ ਲੈ ਕੇ ਜਾਣੇ ਆ ਉਹਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਦੇ ਵਿੱਚ ਦੇ ਦਿੱਤੀ ਹੈ ਡਿਟੇਲ ਦੇ ਵਿੱਚ। ਤੇ ਨਾਲ ਹੀ ਤੁਸੀਂ ਇੱਥੇ ਸ਼ੈਡਿਊਲ ਦੇਖ ਸਕਦੇ ਹੋ ਤੇ ਆਪਣੀ ਕੈਟੇਗਰੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਹੜੀ ਕੈਟੇਗਰੀ ਵਾਲਿਆਂ ਨੂੰ ਇੱਥੇ ਬੁਲਾਇਆ ਗਿਆ। ਤੇ ਨਾਲ ਇੱਥੇ ਕੁਝ ਕੈਟੇਗਰੀਜ਼ ਮੈਂਸ਼ਨ ਕੀਤੀਆਂ ਨੇ, ਜਿੱਥੇ BC ਔਰ SC R&O ਦੀ ਕੈਟੇਗਰੀ ਹੈਗੀ ਹੈ ਜੀ ਇੰਗਲਿਸ਼ ਦੇ ਵਿੱਚ, SC R&O ਦੀ ਮੈਥ ਔਰ ਸਾਇੰਸ ਲਈ, ਤੇ 899 ਦੀਆਂ ਇੰਗਲਿਸ਼ ਦੀਆਂ ਜੋ ਨਵੀਆਂ ਅਸਾਮੀਆਂ ਨੇ ਜੀ ਉਹ ਸਾਰੀਆਂ ਅਸਾਮੀਆਂ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਬਾਅਦ ਦੇ ਵਿੱਚ ਬੁਲਾਇਆ ਜਾਏਗਾ। ਬਾਕੀ ਹੋਰ ਜਿਹੜੀ ਇੰਸਟਰਕਸ਼ਨਸ ਹੈ ਉਸ ਨੂੰ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਹੈ। ਸਕਰੂਟਨੀ ਫਾਰਮ ਕਿਸ ਤਰ੍ਹਾਂ ਫਿਲ ਕਰਨਾ ਹੈ ਉਸ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੈ, ਤੇ ਨਾਲ ਕਿਹੜੇ ਸਰਟੀਫਿਕੇਟ ਤੁਸੀਂ ਲੈ ਕੇ ਜਾਣੇ ਆ ਉਹ ਆਪਾਂ ਤੁਹਾਨੂੰ ਦੱਸਿਆ। ਤੇ ਜਿੰਨੀ ਤਰ੍ਹਾਂ ਦੀ ਪੋਸਟਾਂ ਲਈ ਤੁਸੀਂ ਅਪਲਾਈ ਕੀਤਾ ਉਨੀਆਂ ਤਰ੍ਹਾਂ ਦੇ ਲਈ ਤੁਸੀਂ ਆਪਣੀ ਜਿਹੜੀ ਸਰਟੀਫਿਕੇਟਸ ਦੀ ਫਾਈਲ ਹੈਗੀ ਆ ਉਨੀ ਫਾਈਲਾਂ ਜਿਹੜੀ ਤੁਸੀਂ ਨਾਲ ਤਿਆਰ ਕਰਕੇ ਲੈ ਕੇ ਜਾਓਗੇ, ਮਤਲਬ ਤੁਸੀਂ ਉਨੇ ਸੈੱਟ ਤਿਆਰ ਕਰਕੇ ਲੈ ਕੇ ਜਾਓਗੇ। ਤੇ ਇਹ ਸੀਗੀ ਜੀ ਆਫੀਸ਼ੀਅਲ ਇਨਫੋਰਮੇਸ਼ਨ। ਤੇ ਸਭ ਤੋਂ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਆਪਣੇ ਚੈਨਲ ਤੇ ਹੀ ਮਿਲਦੀ ਹੈ ਜੀ, ਸੋ ਪਲੀਜ਼ ਆਪਣੇ ਚੈਨਲ ਨਾਲ ਜੁੜੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਕਈ ਵਾਰ ਨੋਟੀਫਿਕੇਸ਼ਨ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੀ ਜੀ, ਕਿਉਂਕਿ ਕਈ ਵਾਰ ਹੁੰਦਾ ਕਿ ਸਿਰਫ 3 ਹੀ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਪਹੁੰਚਦੀ ਹੈ। तो प्लीज़ अपने टैलीग्राम चैनल में जरूर ज्वाइन करो, जिस नाल तुहानूं हर एक नोटिफिकेशन टाइम से तो सब तो पहला मिलेगी। टैलीग्राम चैनल का लिंक तुहानूं डिस्क्रिप्शन बॉक्स में मिल जाएगा। प्लीज़ वीडियो नूं लाइक करो, वध तो वध शेयर करो ताकि इंपॉर्टेंट इन्फॉर्मेशन सब तो पहला सब तक पहुँच सके। तो नाल ही अपने चैनल में सबसक्राइब कर लो, बैल आइकन जरूर प्रेस कर लो। थैंक यू।